ਅੱਜ ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਇਸ ਵਿਸ਼ੇ ਦੇ ਅਧੀਨ ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਆਓ ਅਸੀਂ 10 ਹੁਕਮਾਂ ਵਿੱਚੋਂ 5ਵੇਂ ਹੁਕਮ ਦੇ ਬਾਰੇ ਸਮਝਣ ਦੇ ਲਈ ਕੁਝ ਸਮਾਂ ਲਈਏ। ਕੋਰੀਆ ਵਿੱਚ ਮਈ ਦੇ ਮਹੀਨੇ ਵਿੱਚ ਬਾਲ ਦਿਵਸ ਅਤੇ ਮਾਤਾ ਪਿਤਾ ਦਿਵਸ ਮਨਾਏ ਜਾਂਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਵਿਸ਼ੇਸ਼ ਰੂਪ ਨਾਲ ਮਈ ਦੇ ਮਹੀਨੇ ਵਿੱਚ ਪਰਿਵਾਰ ਨਾਲ ਸੰਬੰਧਿਤ ਕਾਫੀ ਪ੍ਰੋਗਰਾਮ ਹੁੰਦੇ ਹਨ। ਸਿਰਫ ਕੋਰੀਆ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਕਾਫੀ ਹੋਰ ਦੇਸ਼ ਵੀ ਬੱਚਿਆਂ ਦੇ ਲਈ ਮਾਤਾ ਪਿਤਾ ਦੇ ਪਿਆਰ ਅਤੇ ਬਲੀਦਾਨ ਨੂੰ ਯਾਦ ਰੱਖਣ ਦੇ ਲਈ ਪਿਤਾ ਦਿਵਸ, ਮਾਤਾ ਦਿਵਸ ਅਤੇ ਮਾਤਾ ਪਿਤਾ ਦਿਵਸ ਮਨਾਉਂਦੇ ਹਨ। ਫਿਰ ਸਾਨੂੰ ਆਪਣੇ ਮਾਤਾ ਪਿਤਾ ਦੇ ਪਿਆਰ ਅਤੇ ਬਲੀਦਾਨ ਨੂੰ ਯਾਦ ਕਰਨ ਦੀ ਸਿੱਖਿਆ ਦੇਣ ਵਿੱਚ ਪਰਮੇਸ਼ਵਰ ਦੀ ਇੱਛਾ ਕੀ ਸੀ ਅਤੇ ਸਾਨੂੰ ਇਸ ਨੂੰ ਕਿਵੇਂ ਯਾਦ ਕਰਨਾ ਚਾਹੀਦਾ ਹੈ। ਆਓ ਅਸੀਂ ਬਾਈਬਲ ਦੇ ਦੁਆਰਾ ਇਸ ਨੂੰ ਲੱਭੀਏ। ਆਓ ਅਸੀਂ ਦੂਸਰਾ ਪਤਰਸ ਅਧਿਆਇ 1 ਵਚਨ 19 ਤੇ ਇੱਕ ਨਜ਼ਰ ਪਾਈਏ। ਅਤੇ ਅੰਗਮ ਬਾਗ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਿੰਨਾ ਚਿਰ ਪੋਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡੇ ਹਿਰਦਿਆਂ ਵਿੱਚ ਨਾ ਚੜਾਵੇ। ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਾਈ ਧਰਮ ਪੁਸਤਕ ਦੇ ਕਿਸੇ ਅਗਮ ਬਾਗ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ, ਕਿਉਂਕਿ ਕੋਈ ਅੰਗਮ ਬਾਗ ਮਨੁੱਖ ਦੀ ਇੱਛਾ ਤੋਂ ਕਦੇ ਨਹੀਂ ਆਇਆ, ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਨ ਨਾਲ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ। ਆਓ ਅਸੀਂ ਦੂਸਰਾ ਤਿਮੋਥੀਉਸ ਅਧਿਆਇ 3 ਵਚਨ 15 ਤੇ ਜਾਈਏ। ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ, ਜਿਹੜੀਆਂ ਉਸ ਨਿਸ਼ਚਾ ਦੇ ਰਾਹੀਂ ਜੋ ਮਸੀਹ ਯੀਸ਼ੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੇ ਹਨ। ਸਾਡੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਾਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰ ਇੱਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਇੱਥੇ ਸਾਨੂੰ ਜਿਸ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਬਾਈਬਲ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਇਸ ਨੂੰ ਮਨੁੱਖ ਦੀ ਇੱਛਾ ਦੇ ਅਨੁਸਾਰ ਦਰਜ ਨਹੀਂ ਕੀਤਾ ਗਿਆ ਸੀ। ਇਸ ਦਾ ਮਤਲਬ ਇਹ ਹੈ ਕਿ ਇਹ ਪਵਿੱਤਰ ਆਤਮਾ ਨਾਲ ਅਰਥਾਤ ਪਰਮੇਸ਼ਵਰ ਦੀ ਇੱਛਾ ਨਾਲ ਲਿਖੀ ਗਈ ਸੀ, ਹੈ ਨਾ। ਇਸ ਲਈ ਜਦੋਂ ਅਸੀਂ ਧਿਆਨ ਨਾਲ ਬਾਈਬਲ ਵਿੱਚੋਂ ਦੇਖਦੇ ਹਾਂ ਤਾਂ ਕਿ ਅਸੀਂ ਇਹ ਨਹੀਂ ਸਮਝ ਸਕਦੇ ਕਿ ਪਰਮੇਸ਼ਵਰ ਨੇ ਸਾਡੇ ਪਿਤਾ ਅਤੇ ਮਾਤਾ ਦਾ ਆਦਰ ਕਰਨ ਦੇ ਬਾਰੇ ਕੀ ਕਿਹਾ ਹੈ। ਅੱਜ ਆਓ ਅਸੀਂ ਬਾਈਬਲ ਵਿੱਚ ਤੂੰ ਆਪਣੇ ਪਿਤਾ ਮਾਤਾ ਦਾ ਆਦਰ ਕਰ ਦੀ ਸਿੱਖਿਆ ਤੇ ਧਿਆਨ ਦੇਈਏ। ਆਓ ਅਸੀਂ ਕੂਚ ਅਧਿਆਇ 20 ਵਚਨ 12 ਖੋਲੀਏ। ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਇੱਥੇ ਇਹ ਕੀ ਕਹਿੰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਕੁਝ ਲੋਕਾਂ ਦੇ ਮਾਤਾ ਪਿਤਾ ਹੋ ਸਕਦਾ ਹੈ ਕਿ ਪਹਿਲਾਂ ਹੀ ਗੁਜ਼ਰ ਗਏ ਹੋਣ ਅਤੇ ਕੁਝ ਲੋਕਾਂ ਦੇ ਮਾਤਾ ਪਿਤਾ ਅੱਜ ਵੀ ਜਿਉਂਦੇ ਹਨ। ਮਾਤਾ ਪਿਤਾ ਦਿਵਸ ਤੇ ਸਾਨੂੰ ਆਪਣੇ ਪਿਤਾ ਮਾਤਾ ਨੂੰ ਧੰਨਵਾਦ ਦੇਣ ਲਈ ਫੋਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਨਾਲ ਹੀ ਤੁਹਾਨੂੰ ਉਹਨਾਂ ਨੂੰ ਸਵਾਦਲਾ ਭੋਜਨ ਖਵਾਉਣਾ ਚਾਹੀਦਾ ਹੈ। ਜਦੋਂ ਮਾਤਾ ਪਿਤਾ ਦੇ ਪਿਆਰ ਅਤੇ ਬਲੀਦਾਨ ਦੀ ਗੱਲ ਆਉਂਦੀ ਹੈ, ਉਹਨਾਂ ਨੇ ਸਾਨੂੰ ਮੁਫਤ ਵਿੱਚ ਖਵਾਇਆ ਅਤੇ ਸਾਨੂੰ ਕੱਪੜੇ ਪਵਾਏ ਅਤੇ ਜਦੋਂ ਤੱਕ ਅਸੀਂ ਵੱਡੇ ਹੋਏ ਅਤੇ ਜਵਾਨ ਹੋ ਗਏ ਤਦ ਤੱਕ ਉਹਨਾਂ ਨੇ ਸਾਡੀ ਮੁਫਤ ਵਿੱਚ ਦੇਖਭਾਲ ਕੀਤੀ। ਫਿਰ ਵੀ ਉਹਨਾਂ ਨੇ ਬਦਲੇ ਵਿੱਚ ਕੁਝ ਨਹੀਂ ਮੰਗਿਆ। ਉਹਨਾਂ ਨੇ ਸਾਨੂੰ ਕਦੀ ਨਹੀਂ ਕਿਹਾ ਕਿਉਂਕਿ ਮੈਂ ਤੁਹਾਨੂੰ ਘਰ ਵਿੱਚ ਸੌਣ ਦਿੱਤਾ ਤਾਂ ਤੁਸੀਂ ਕਿੰਨਾ ਕਿਰਾਇਆ ਦਿਓਗੇ। ਮੈਂ ਤੁਹਾਨੂੰ ਦਹਾਕਿਆਂ ਤੋਂ ਕੱਪੜੇ ਪਵਾਏ ਅਤੇ ਦੇਖਭਾਲ ਕੀਤੀ ਤਾਂ ਉਸ ਦੇ ਲਈ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਉਹਨਾਂ ਨੇ ਕੁਝ ਵੀ ਨਹੀਂ ਮੰਗਿਆ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਮਾਤਾ ਪਿਤਾ ਨੇ ਬਲੀਦਾਨ ਨਹੀਂ ਕੀਤਾ। ਕਿ ਕਿਸੇ ਦੇ ਲਈ ਵੀ ਖੁਦ ਤੋਂ ਵੱਡਾ ਹੋਣਾ ਸੰਭਵ ਹੈ। ਇਸ ਕਰਕੇ ਪਰਮੇਸ਼ਵਰ ਨੇ ਖੁਦ ਸਾਨੂੰ ਬਾਈਬਲ ਦੇ ਦੁਆਰਾ ਸਿੱਖਿਆ ਦਿੱਤੀ, ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਜਿਵੇਂ ਕਿ ਲਿਖਿਆ ਗਿਆ ਹੈ, ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾ ਤੇਰਾ ਪਰਮੇਸ਼ਵਰ ਤੈਨੂੰ ਦਿੰਦਾ ਹੈ ਲੰਬੇ ਹੋਣ। ਇਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਕਿ ਉਹ ਆਪਣੀ ਆਸ਼ੀਸ਼ਾਂ ਉਹਨਾਂ ਲੋਕਾਂ ਨੂੰ ਪ੍ਰਦਾਨ ਕਰਨਗੇ ਜੋ ਉਹਨਾਂ ਦੇ ਸ਼ਾਰੀਰਿਕ ਮਾਤਾ ਪਿਤਾ ਅਤੇ ਆਤਮਿਕ ਮਾਤਾ ਪਿਤਾ ਦਾ ਵੀ ਆਦਰ ਕਰਦੇ ਹਨ। ਆਓ ਅਸੀਂ ਵਿਵਸਥਾ ਸਾਰਾ ਅਧਿਆਇ 27 ਵਚਨ 16 ਦੇਖੀਏ।
ਉਸ ਮਨੁੱਖ ਦੇ ਨਾਲ ਕੀ ਹੋਵੇਗਾ ਜੋ ਉਸ ਦੇ ਪਿਤਾ ਜਾਂ ਮਾਤਾ ਨੂੰ ਤੁੱਛ ਜਾਣੇ? ਸ਼ਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਤੁੱਛ ਜਾਣੇ। ਤਾਂ ਸਾਰੀ ਪ੍ਰਜਾ ਆਖੇ ਆਮੇਨ। ਸਾਨੂੰ ਪਰਮੇਸ਼ਵਰ ਦੀ ਸੰਤਾਨ ਬਣਨਾ ਚਾਹੀਦਾ ਹੈ ਜੋ ਆਪਣੇ ਮਾਤਾ ਪਿਤਾ ਦਾ ਆਦਰ ਕਰਦੇ ਹਨ, ਭਾਵੇਂ ਉਹ ਕਿਸੇ ਵੀ ਹਾਲਾਤ ਵਿੱਚ ਹੋਣ। ਉਹਨਾਂ ਦੇ ਅਣਗਿਣਤ ਅਦ੍ਰਿਸ਼ ਬਲੀਦਾਨਾਂ ਦੇ ਕਰਕੇ ਅਸੀਂ ਅੱਜ ਇਸ ਪਲ ਵਿੱਚ ਮੌਜੂਦ ਹੋ ਸਕੇ ਹਾਂ। ਕੂਚ ਅਧਿਆਇ 20 ਅਤੇ ਵਿਵਸਥਾ ਸਾਰ ਅਧਿਆਇ 27 ਵਿੱਚ ਦਿੱਤੇ ਗਏ ਵਚਨਾਂ ਦੇ ਦੁਆਰਾ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਕਦੀ ਵੀ ਨਿਰਾਦਰ ਨਾ ਕਰੀਏ, ਬਲਕਿ ਹਰ ਸਮੇਂ ਉਹਨਾਂ ਦਾ ਆਦਰ ਕਰੀਏ। ਇੱਥੋਂ ਤੱਕ ਕਿ ਜਦੋਂ ਅਸੀਂ ਇੱਕ ਛੋਟੇ ਬੱਚੇ ਨੂੰ ਆਪਣੇ ਮਾਤਾ ਪਿਤਾ ਦਾ ਉਚਿਤ ਆਦਰ ਕਰਦੇ ਹੋਏ ਦੇਖਦੇ ਹਾਂ ਤਾਂ ਇਹ ਦਿਲ ਨੂੰ ਛੋਹ ਲੈਂਦਾ ਹੈ ਅਤੇ ਅੱਖਾਂ ਨੂੰ ਖੁਸ਼ ਕਰਦਾ ਹੈ। ਹਾਲਾਂਕਿ ਕੁਝ ਪਰਿਵਾਰ ਸੋਚਦੇ ਹਨ ਕਿ ਮਾਤਾ ਪਿਤਾ ਅਤੇ ਬੱਚਿਆਂ ਨੂੰ ਇੱਕ ਦੂਸਰੇ ਦੇ ਨੇੜੇ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵਿਗਾੜ ਰਹੇ ਹਨ। ਜਦੋਂ ਮੈਂ ਉਹਨਾਂ ਦੇ ਬੱਚਿਆਂ ਨੂੰ ਇਸ ਮੰਦਭਾਗੀ ਸਥਿਤੀ ਵਿੱਚ ਦੇਖਦਾ ਹਾਂ ਤਾਂ ਮੈਂ ਬਹੁਤ ਦੁਖੀ ਮਹਿਸੂਸ ਕਰਦਾ ਹਾਂ। ਸਾਡੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਦੇਖਦੇ ਹੋਏ ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਬਣਾਇਆ, ਅਸੀਂ ਸਮਝ ਸਕਦੇ ਹਾਂ ਕਿ ਹਰੇਕ ਪਰਿਵਾਰ ਨੂੰ ਆਪਣੇ ਬੱਚਿਆਂ ਦੀ ਉਹਨਾਂ ਦੇ ਮਾਤਾ ਪਿਤਾ ਦਾ ਨਿਰਾਦਰ ਕਰਨ ਦੇ ਲਈ ਨਹੀਂ, ਸਗੋਂ ਉਹਨਾਂ ਦਾ ਆਦਰ ਕਰਨ ਦੇ ਲਈ ਅਗਵਾਈ ਕਰਨੀ ਚਾਹੀਦੀ ਹੈ। ਫਿਰ ਪਰਮੇਸ਼ਵਰ ਨੇ ਬਾਈਬਲ ਦੇ ਦੁਆਰਾ ਆਪਣੇ ਲੋਕਾਂ ਨੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨ ਦੀ ਘੋਸ਼ਣਾ ਕਿਉਂ ਕੀਤੀ? ਭਾਵੇਂ ਹੀ ਇਹ ਘੋਸ਼ਣਾ ਕੀਤੀ ਗਈ ਸੀ, ਪਰ ਬਹੁਤ ਸਾਰੇ ਇਸ ਨੂੰ ਉਸ ਤਰ੍ਹਾਂ ਨਹੀਂ ਮੰਨ ਰਹੇ ਜਿਵੇਂ ਇਹ ਹੈ। ਹਾਲਾਂਕਿ ਕਿ ਸਾਨੂੰ ਜੋ ਸਵਰਗ ਦੀ ਸੰਤਾਨ ਹੈ ਇਸ ਨੂੰ ਨਹੀਂ ਮੰਨਣਾ ਚਾਹੀਦਾ, ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਹੈ ਅਤੇ ਇਹ ਪਰਮੇਸ਼ਵਰ ਦੀ ਇੱਛਾ ਹੈ, ਤਾਂ ਸਾਨੂੰ ਇਹ ਕਰਨ ਵਿੱਚ ਕਾਬਿਲ ਹੋਣਾ ਚਾਹੀਦਾ ਹੈ। ਸਵਰਗ ਉੱਥੇ ਹੈ ਜਿੱਥੇ ਉਹ ਲੋਕ ਜਾ ਸਕਦੇ ਹਨ ਜੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਹਨ। ਇਹ ਬਾਈਬਲ ਵਿੱਚ ਕਿਹਾ ਗਿਆ ਹੈ ਕਿ ਧਰਤੀ ਤੇ ਸਭ ਕੁਝ ਸਵਰਗ ਦੀਆਂ ਚੀਜ਼ਾਂ ਦਾ ਇੱਕ ਨਮੂਨਾ ਅਤੇ ਪਰਛਾਵਾਂ ਹੈ ਨਾ? ਜੇਕਰ ਧਰਤੀ ਤੇ ਸਾਡੇ ਮਾਤਾ ਪਿਤਾ ਨਮੂਨਾ ਅਤੇ ਪਰਛਾਵਾਂ ਹੈ ਤਾਂ ਸਾਡੇ ਪਿਤਾ ਅਤੇ ਮਾਤਾ ਦੀ ਅਸਲੀਅਤ ਕੌਣ ਹੈ? ਬਾਈਬਲ ਸਾਨੂੰ ਸਪਸ਼ਟ ਰੂਪ ਨਾਲ ਸਿਖਾਉਂਦੀ ਹੈ ਕਿ ਪਰਮੇਸ਼ਵਰ ਸਾਡੇ ਪਿਤਾ ਅਤੇ ਸਾਡੀ ਮਾਤਾ ਹੈ। ਆਓ ਅਸੀਂ ਮੱਤੀ ਅਧਿਆਇ 6 ਵਚਨ 9 ਤੇ ਜਾਈਏ। ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਕੌਣ? ਪਿਤਾ ਜਿਹੜਾ ਸੁਰਗ ਵਿੱਚ ਹੈ। ਇਹ ਕੀ ਕਹਿੰਦਾ ਹੈ? ਸਾਡੇ ਪਿਤਾ ਕੌਣ ਹਨ? ਆਓ ਅਸੀਂ ਵਚਨ 8 ਤੇ ਇੱਕ ਨਜ਼ਰ ਪਾਈਏ। ਸੋ ਤੁਸੀਂ ਉਹਨਾਂ ਵਰਗੇ ਨਾ ਹੋ ਕਿ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਾਈ ਤੁਹਾਨੂੰ ਕਿੰਨਾ ਕਿੰਨਾ ਵਸਤਾਂ ਦੀ ਲੋੜ ਹੈ। ਪਰਮੇਸ਼ਵਰ ਸਾਡੇ ਪਿਤਾ ਹਨ। ਇਸ ਤੋਂ ਇਲਾਵਾ ਇਹ ਵਚਨ 9 ਵਿੱਚ ਕਹਿੰਦਾ ਹੈ, ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ। ਪ੍ਰਭੂ ਦੀ ਪ੍ਰਾਰਥਨਾ ਦੀ ਸ਼ੁਰੂਆਤ ਵਿੱਚ ਯੀਸ਼ੂ ਨੇ ਸਭ ਤੋਂ ਪਹਿਲਾਂ ਸਿੱਖਿਆ ਦਿੱਤੀ ਕਿ ਸਾਨੂੰ ਆਪਣੇ ਸਵਰਗੀ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ। ਹਾਲਾਂਕਿ ਇਹਨਾਂ ਦਿਨਾਂ ਵਿੱਚ ਮਾਤਾ ਪਿਤਾ ਅਤੇ ਬੱਚਿਆਂ ਦੇ ਵਿਚਕਾਰ ਦਾ ਸੰਬੰਧ ਪਹਿਲਾਂ ਵਰਗਾ ਨਹੀਂ ਹੈ। ਦੁਨੀਆ ਇੱਕ ਅਜੀਬ ਤਰੀਕੇ ਨਾਲ ਬਦਲ ਗਈ ਹੈ, ਪਰ ਸਾਡੇ ਮਾਤਾ ਪਿਤਾ ਦੇ ਨਾਲ ਉਵੇਂ ਸਲੂਕ ਕੀਤਾ ਜਾਣਾ ਚਾਹੀਦਾ ਜਿਵੇਂ ਉਹ ਸਵਰਗ ਹੋਣ। ਸਾਨੂੰ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਸਾਨੂੰ ਆਪਣੇ ਮਾਤਾ ਪਿਤਾ ਦੇ ਨੇੜੇ ਹੋਣਾ ਚਾਹੀਦਾ। ਮੇਰਾ ਯਕੀਨਨ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਆਪਣੇ ਮਾਤਾ ਪਿਤਾ ਦੂਰ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਸਤਿਕਾਰ ਅਤੇ ਆਦਰ ਦੇਣਾ ਚਾਹੀਦਾ ਹੈ। ਫਿਰ ਜਦੋਂ ਯੀਸ਼ੂ ਧਰਤੀ ਤੇ ਆਏ ਅਤੇ ਪ੍ਰਭੂ ਦੀ ਪ੍ਰਾਰਥਨਾ ਦੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਸਿਖਾਇਆ ਕਿ ਸਾਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ। ਵਚਨ 9, ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ। ਪ੍ਰਭੂ ਦੀ ਪ੍ਰਾਰਥਨਾ ਦੇ ਦੁਆਰਾ ਯੀਸ਼ੂ ਮਸੀਹ ਨੇ ਸਾਨੂੰ ਜਾਣਨ ਦਿੱਤਾ ਕਿ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਉਂਦੀ ਹੈ ਜੋ ਸਾਡੇ ਪਿਤਾ ਹਨ ਤਾਂ ਸਾਨੂੰ ਕਿਸ ਪ੍ਰਕਾਰ ਦੀ ਮਾਨਸਿਕਤਾ ਰੱਖਣੀ ਚਾਹੀਦੀ ਹੈ।
ਸਾਨੂੰ ਪੱਕਾ ਹੀ ਧਰਤੀ ਤੇ ਆਪਣੇ ਮਾਤਾ ਪਿਤਾ ਦੇ ਲਈ ਜ਼ਰੂਰਤਮੰਦ ਹੋਣਾ ਚਾਹੀਦਾ ਹੈ। ਪਰ ਜੇਕਰ ਅਸੀਂ ਆਪਣੇ ਮਾਤਾ ਪਿਤਾ ਅਤੇ ਸਾਡੇ ਦਾਦਾ ਦਾਦੀ ਦੇ ਮਾਤਾ ਪਿਤਾ ਦੇ ਬਾਰੇ ਪਤਾ ਲਗਾਉਂਦੇ ਹਾਂ ਤਾਂ ਸਾਡੇ ਸੱਚੇ ਮਾਤਾ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ, ਹੈ ਨਾ। ਆਓ ਅਸੀਂ ਇਬਰਾਨੀਆਂ ਅਧਿਆਇ 12 ਨੂੰ ਵੀ ਦੇਖੀਏ। ਇਬਰਾਨੀਆਂ ਅਧਿਆਇ 12 ਵਚਨ 8। ਪਰ ਜੇ ਤੁਸੀਂ ਉਸ ਤਾੜਨਾ ਬਿਨਾਂ ਰਹੇ ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮਦੇ ਹੋ। ਵਚਨ 9। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ, ਤਾਂ ਭਲਾ ਅਸੀਂ ਬਹੁਤ ਵਧੇਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਇੱਥੇ ਇਹ ਸਾਡੇ ਪਰਮੇਸ਼ਵਰ ਦੇ ਬਾਰੇ ਕੀ ਕਹਿੰਦਾ ਹੈ? ਉਹ ਸਾਡੇ ਪਿਤਾ ਹਨ। ਪਰਮੇਸ਼ਵਰ ਸਾਡੇ ਮਾਤਾ ਪਿਤਾ ਹਨ। ਕਿਉਂਕਿ ਅਸੀਂ ਪਰਮੇਸ਼ਵਰ ਨੂੰ ਸਾਡੇ ਪਿਤਾ ਕਹਿੰਦੇ ਹਾਂ ਤਾਂ ਸਾਡਾ ਉਹਨਾਂ ਦੇ ਨਾਲ ਕੀ ਰਿਸ਼ਤਾ ਹੈ? ਕੁਦਰਤੀ ਰੂਪ ਨਾਲ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਆਓ ਅਸੀਂ ਬਾਈਬਲ ਦੇ ਦੁਆਰਾ ਇਸ ਦੀ ਪੁਸ਼ਟੀ ਕਰਨਾ ਜਾਰੀ ਰੱਖੀਏ ਜੋ ਪਵਿੱਤਰ ਆਤਮਾ ਦੀ ਸਿੱਖਿਆ ਹੈ। ਦੂਸਰਾ ਕੁਰਿੰਥੀਓ ਅਧਿਆਇ 6 ਵਚਨ 17। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਤੁਹਾਡਾ ਕੀ ਹੋਵਾਂਗਾ? ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਵਚਨ ਸੁਰ ਸ਼ਕਤੀਮਾਨ ਪ੍ਰਭੂ ਦਾ ਹੈ। ਇਸ ਸਿੱਖਿਆ ਦੇ ਨਾਲ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਇੱਕ ਇਸ ਤਰ੍ਹਾਂ ਦੇ ਰਿਸ਼ਤੇ ਵਿੱਚ ਰੱਖਿਆ ਹੈ ਜਿੱਥੇ ਪਰਮੇਸ਼ਵਰ ਸਾਡੇ ਮਾਤਾ ਪਿਤਾ ਹਨ ਅਤੇ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ। ਮਈ ਦੇ ਇਸ ਮਹੀਨੇ ਵਿੱਚ ਸਾਨੂੰ ਇੱਕ ਵਾਰ ਫਿਰ ਤੋਂ ਸਮਝਣਾ ਚਾਹੀਦਾ ਹੈ ਕਿ ਸਾਨੂੰ ਸਾਡੇ ਸਵਰਗੀ ਪਰਿਵਾਰ ਦੇ ਇਸ ਅਨਮੋਲ ਰਿਸ਼ਤੇ ਨੂੰ ਹੋਰ ਜ਼ਿਆਦਾ ਕੀਮਤੀ ਮੰਨਣਾ ਚਾਹੀਦਾ ਹੈ। ਅੱਜ ਆਓ ਅਸੀਂ ਆਪਣੇ ਦਿਲਾਂ ਵਿੱਚ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਪਰਮੇਸ਼ਵਰ ਸਾਡੇ ਪਿਤਾ ਅਤੇ ਸਾਡੀ ਮਾਤਾ ਹੈ ਅਤੇ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਇਸ ਤੋਂ ਇਲਾਵਾ ਜੇਕਰ ਅਸੀਂ ਆਪਣੇ ਸ਼ਾਰੀਰਿਕ ਮਾਤਾ ਪਿਤਾ ਦੀ ਸਦੀਪਕ ਸਵਰਗ ਦੇ ਰਾਜ ਵਿੱਚ ਅਗਵਾਈ ਕਰੀਏ ਜਿੱਥੇ ਅਸੀਂ ਇਕੱਠੇ ਸਦੀਪਕ ਜੀਵਨ ਅਤੇ ਖੁਸ਼ੀ ਦਾ ਆਨੰਦ ਲੈ ਸਕਦੇ ਹਾਂ ਤਾਂ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੋਵੇਗੀ, ਹੈ ਨਾ। ਸਾਨੂੰ ਸਵਰਗ ਦੀ ਸੰਤਾਨ ਬਣਨਾ ਚਾਹੀਦਾ ਹੈ ਜੋ ਆਪਣੇ ਮਾਤਾ ਪਿਤਾ ਦੇ ਲਈ ਇਸ ਤਰ੍ਹਾਂ ਦਾ ਸੰਤਾਨ ਦਾ ਫਰਜ਼ ਅਦਾ ਕਰ ਸਕਦੀ ਹੈ। ਇੱਥੇ ਭਾਵੇਂ ਹੀ ਸਿਰਫ ਪਿਤਾ ਪਰਮੇਸ਼ਵਰ ਅਤੇ ਸੰਤਾਨਾਂ ਦੇ ਵਿੱਚ ਸੰਬੰਧ ਦਾ ਜ਼ਿਕਰ ਕੀਤਾ ਗਿਆ ਹੋਵੇ, ਪਰ ਜਦੋਂ ਅਸੀਂ ਗਲਾਤੀਆਂ ਦੀ ਕਿਤਾਬ ਨੂੰ ਦੇਖਦੇ ਹਾਂ ਤਾਂ ਅਸੀਂ ਇੱਕ ਸਾਖੀ ਦੇਖ ਸਕਦੇ ਹਾਂ ਕਿ ਸਾਡੇ ਕੋਲ ਪਿਤਾ ਦੇ ਨਾਲ-ਨਾਲ ਮਾਤਾ ਜੀ ਵੀ ਹਨ। ਗਲਾਤੀਆਂ ਅਧਿਆਇ 4 ਵਚਨ 26। ਪਰ ਯਰੂਸ਼ਲਮ ਜੋ ਉਤਾਂਹ ਹੈ ਉਹ ਆਜ਼ਾਦ ਹੈ ਅਤੇ ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਵਚਨ 27। ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ ਜੇ ਕਾਰਾ ਗਜਾ ਤੂੰ ਜੋ ਨਹੀਂ ਜਣੀ, ਖੁੱਲ ਕੇ ਗਾ ਅਤੇ ਚਿੱਲਾ ਤੂੰ ਜਿਹਨੂੰ ਪੀੜਾ ਨਹੀਂ ਲੱਗੀਆਂ। ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। ਪਰ ਹੇ ਭਰਾਵੋ ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। ਇਸ ਲਈ ਹੇ ਭਰਾਵੋ ਅਸੀਂ ਗੋਲੀ ਦੀ ਨਹੀਂ ਸਗੋਂ ਅਸੀਂ ਕਿਸ ਦੀ ਸੰਤਾਨ ਹਾਂ? ਆਜ਼ਾਦ ਦੀ ਸੰਤਾਨ ਹਾਂ। ਗਲਾਤੀਓ ਅਧਿਆਇ 4 ਵਚਨ 26 ਵਿੱਚ ਆਜ਼ਾਦ ਇਸਤਰੀ ਕੌਣ ਹੈ? ਉਹ ਸਾਡੀ ਮਾਤਾ ਹੈ। ਬਾਈਬਲ ਸਪਸ਼ਟ ਰੂਪ ਨਾਲ ਸਾਖੀ ਦਿੰਦੀ ਹੈ ਕਿ ਅਸੀਂ ਆਪਣੀ ਮਾਤਾ ਹੀ ਦੀ ਸੰਤਾਨ ਹਾਂ। ਜਿਵੇਂ ਧਰਤੀ ਤੇ ਇੱਕ ਪਰਿਵਾਰ ਬਣਾਉਣ ਦੇ ਲਈ ਇੱਕ ਪਿਤਾ, ਇੱਕ ਮਾਤਾ ਅਤੇ ਸੰਤਾਨ ਹੋਣੀ ਚਾਹੀਦੀ ਹੈ, ਠੀਕ ਉਸੇ ਤਰ੍ਹਾਂ ਹੀ ਬਾਈਬਲ ਸਪਸ਼ਟ ਰੂਪ ਨਾਲ ਸਾਨੂੰ ਸਿਖਾਉਂਦੀ ਹੈ ਕਿ ਆਤਮਿਕ ਦੁਨੀਆ ਮਤਲਬ ਸਵਰਗ ਵਿੱਚ ਪਿਤਾ ਪਰਮੇਸ਼ਵਰ, ਮਾਤਾ ਪਰਮੇਸ਼ਵਰ ਅਤੇ ਉਹਨਾਂ ਦੇ ਆਤਮਿਕ ਪੁੱਤਰ ਅਤੇ ਧੀਆਂ ਮੌਜੂਦ ਹਨ। ਜਿਵੇਂ ਅਸੀਂ ਦੂਸਰਾ ਪਤਰਸ ਅਧਿਆਇ 1 ਵਚਨ 19 ਵਿੱਚ ਥੋੜੀ ਦੇਰ ਪਹਿਲਾਂ ਦੇਖਿਆ ਸੀ, ਬਾਈਬਲ ਮਨੁੱਖ ਦੀ ਇੱਛਾ ਨਾਲ ਨਹੀਂ ਲਿਖੀ ਗਈ ਸੀ ਪਰ ਪਵਿੱਤਰ ਆਤਮਾ ਦੀ ਇੱਛਾ ਨਾਲ ਅਰਥਾਤ ਪਰਮੇਸ਼ਵਰ ਦੀ ਇੱਛਾ ਨਾਲ ਦਰਜ ਕੀਤੀ ਗਈ ਸੀ। ਪਰਮੇਸ਼ਵਰ ਬਾਈਬਲ ਦੇ ਦੁਆਰਾ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਬਾਰੇ ਦੱਸਦੀ ਹੈ ਤਾਂ ਕਿ ਉਹ ਈਸਾਈ ਜੋ ਗਲਤ ਤਰੀਕੇ ਨਾਲ ਦਾਅਵਾ ਕਰਦੇ ਹਨ ਅਤੇ ਮੰਨਦੇ ਹਨ ਕਿ ਮਾਤਾ ਜੀ ਦੀ ਮੌਜੂਦਗੀ ਨਹੀਂ ਹੈ,
ਮੁਕਤੀ ਪ੍ਰਾਪਤ ਕਰ ਸਕਦੇ ਹਨ। ਉਹ ਪਰਮੇਸ਼ਵਰ ਦੇ ਵਚਨ ਤੋਂ ਇਨਕਾਰ ਕਰ ਰਹੇ ਹਨ, ਇਸ ਲਈ ਉਹ ਯਕੀਨਨ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਕਾਬਿਲ ਨਹੀਂ ਹੋਣਗੇ। ਜਿਵੇਂ ਕਿ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਮੱਤੀ ਅਧਿਆਇ 7 ਵਿੱਚ ਇਹ ਕਿਹਾ ਗਿਆ ਹੈ, ਪਰ ਉਹੀ ਜੋ ਪਰਮੇਸ਼ਵਰ ਦੀ ਇੱਛਾ ਤੇ ਚੱਲਦਾ ਹੈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ। ਭਾਵੇਂ ਹੀ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਮਾਤਾ ਜੀ ਦੀ ਮੌਜੂਦਗੀ ਹੈ, ਫਿਰ ਵੀ ਜੇਕਰ ਕੋਈ ਇਸ ਦਾ ਇਨਕਾਰ ਕਰਦਾ ਅਤੇ ਇਹ ਕਹਿੰਦੇ ਹੋਏ ਮਨਾ ਕਰਦਾ ਹੈ ਕਿ ਨਹੀਂ, ਮੈਂ ਮਾਤਾ ਤੇ ਨਿਹਚਾ ਨਹੀਂ ਕਰ ਸਕਦਾ, ਤਾਂ ਇਹ ਪੱਕਾ ਸਬੂਤ ਹੈ ਕਿ ਉਹ ਵਿਅਕਤੀ ਪਰਮੇਸ਼ਵਰ ਦੀ ਸੰਤਾਨ ਨਹੀਂ ਹੈ। ਪਵਿੱਤਰ ਆਤਮਾ ਨੇ ਸਾਨੂੰ ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਦੇ ਬਾਰੇ ਸਾਖੀ ਦਿੱਤੀ। ਆਓ ਅਸੀਂ ਕਦੀ ਵੀ ਮਸੀਹ, ਅਨਸੰਗੋਂ ਅਤੇ ਸਵਰਗ ਦੀ ਮਾਤਾ ਨਵੀਂ ਯਰੂਸ਼ਲਮ ਤੇ ਆਪਣੀ ਨਿਹਚਾ ਨਾ ਗਵਾਈਏ। ਆਓ ਅਸੀਂ ਉਤਪਤ ਅਧਿਆਇ 1 ਵਚਨ 26 ਤੇ ਇੱਕ ਨਜ਼ਰ ਪਾਈਏ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਦੇ ਪੁਰ ਸਾਰੇ ਕਿਸਮ ਵਾਲਿਆਂ ਉੱਤੇ ਰਾਜ ਕਰਨ। ਇਹ ਕਹਿੰਦਾ ਹੈ ਅਸੀਂ ਕੀ ਕਰੀਏ? ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। ਪ੍ਰਸ਼ਨ ਇਹ ਹੈ ਕਿ ਕਿੰਨੇ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ? ਕੀ ਇਹ ਸਮਝਣ ਦੇ ਲਈ ਸਪਸ਼ਟ ਨਹੀਂ ਹੈ ਕਿ ਮਨੁੱਖ ਜਾਤੀ ਨੂੰ ਸਿਰਜਣ ਵਾਲੇ ਪਰਮੇਸ਼ਵਰ ਬਹੁ ਵਚਨ ਹਨ, ਅਤੇ ਜਿਨ੍ਹਾਂ ਨੇ ਕਿਹਾ ਅਸੀਂ, ਉਹ ਇੱਕ ਵਚਨ ਕਦੀ ਨਹੀਂ ਹੋ ਸਕਦੇ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਕਿਸਮ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਪਰਮੇਸ਼ਵਰ ਨੇ ਕਿਸ ਨੂੰ ਬਣਾਇਆ? ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ, ਕਿਉਂਕਿ ਪਰਮੇਸ਼ਵਰ ਹੈ ਜਿਨ੍ਹਾਂ ਦੇ ਕੋਲ ਇੱਕ ਨਰ ਸਵਰੂਪ ਹੈ ਅਤੇ ਪਰਮੇਸ਼ਵਰ ਹੈ ਜਿਨ੍ਹਾਂ ਦੇ ਕੋਲ ਇੱਕ ਨਾਰੀ ਸਵਰੂਪ ਹੈ। ਤਾਂ ਇਹ ਸਹੀ ਹੈ ਕਿ ਇੱਥੇ ਅਸੀਂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਨਰ ਸਵਰੂਪ ਦੇ ਪਰਮੇਸ਼ਵਰ ਦੇ ਬਾਰੇ ਕਹੀਏ ਤਾਂ ਅਸੀਂ ਉਹਨਾਂ ਨੂੰ ਪਿਤਾ ਪਰਮੇਸ਼ਵਰ ਕਹਿੰਦੇ ਹਾਂ। ਫਿਰ ਸਾਨੂੰ ਨਾਰੀ ਸਵਰੂਪ ਦੀ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੀਦਾ ਹੈ? ਮਾਤਾ ਪਰਮੇਸ਼ਵਰ। ਅਸੀਂ ਦੇਖ ਸਕਦੇ ਹਾਂ ਕਿ ਧਰਤੀ ਤੇ ਇਸ ਤਰ੍ਹਾਂ ਕੋਈ ਵੀ ਜੀਵ ਨਹੀਂ ਹੈ ਜਿਸ ਦੇ ਕੋਲ ਮਾਤਾ ਦੇ ਬਿਨਾਂ ਜੀਵਨ ਹੈ ਜਾਂ ਉਸ ਦੀ ਮੌਜੂਦਗੀ ਹੈ। ਸਾਰੇ ਜਿਉਂਦੇ ਪ੍ਰਾਣੀਆਂ ਦੇ ਕੋਲ ਆਪਣੀਆਂ ਮਾਵਾਂ ਹਨ। ਫਿਰ ਬਾਈਬਲ ਵਿੱਚ ਪਰਮੇਸ਼ਵਰ ਨੇ ਸਾਨੂੰ ਇਹ ਸਿੱਖਿਆ ਕਿਉਂ ਦਿੱਤੀ ਕਿ ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ? ਕਿ ਇਹ ਇੱਕ ਇਸ ਤਰ੍ਹਾਂ ਦੀ ਸਿੱਖਿਆ ਹੈ ਕਿ ਜੋ ਸਿਰਫ ਸਾਡੇ ਸ਼ਾਰੀਰਿਕ ਮਾਤਾ ਪਿਤਾ ਨਾਲ ਸੰਬੰਧਿਤ ਹੈ? ਸਾਨੂੰ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਨੇ ਧਰਤੀ ਤੇ ਇਸ ਤਰ੍ਹਾਂ ਦਾ ਸਾਰਾ ਪ੍ਰਬੰਧ ਕਿਉਂ ਬਣਾਇਆ। ਆਓ ਅਸੀਂ ਰੋਮੀਓ ਅਧਿਆਇ 1 ਵਚਨ 18 ਤੇ ਜਾਈਏ। ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਨਾਲ ਦੁਬਾਈ ਰੱਖਦੇ ਹਨ, ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਤਾਂ ਆਕਾਸ਼ੋਂ ਪ੍ਰਗਟ ਹੋਇਆ। ਵਚਨ 19, ਕਿਉਂ ਜੋ ਪਰਮੇਸ਼ਵਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ, ਇਸ ਲਈ ਜੋ ਪਰਮੇਸ਼ਵਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹਦਾ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦੀ ਸਮਰਥਾ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਇਸ ਕਰਕੇ ਉਹਨਾਂ ਦੇ ਲਈ ਕੋਈ ਉਜਰ ਨਹੀਂ। ਧਰਤੀ ਤੇ ਜੋ ਪਰਿਵਾਰ ਦਾ ਪ੍ਰਬੰਧ ਹੈ ਉਹਨਾਂ ਨੇ ਬਣਾਇਆ। ਉਸ ਦੇ ਦੁਆਰਾ ਪਰਮੇਸ਼ਵਰ ਕੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ? ਉਹਨਾਂ ਦਾ ਅਣਡਿੱਠ ਸੁਭਾਅ ਅਤੇ ਈਸ਼ਵਰਤਾਈ। ਇਹ ਸ੍ਰਿਸ਼ਟੀ ਵਿੱਚ ਲੁਕੀ ਪਰਮੇਸ਼ਵਰ ਦੀ ਮਰਜ਼ੀ ਹੈ। ਜਿਵੇਂ ਸੰਸਾਰਿਕ ਪਰਿਵਾਰ ਪ੍ਰਬੰਧ ਵਿੱਚ ਪਿਤਾ, ਮਾਤਾ ਅਤੇ ਸੰਤਾਨ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਕਿ ਇਹ ਸਪਸ਼ਟ ਅਤੇ ਕੁਦਰਤੀ ਨਹੀਂ ਹੈ ਕਿ ਪਿਤਾ ਪਰਮੇਸ਼ਵਰ ਦੇ ਨਾਲ ਨਾਲ ਮਾਤਾ ਪਰਮੇਸ਼ਵਰ ਅਤੇ ਸਵਰਗ ਦੀ ਸੰਤਾਨ ਦੀ ਵੀ ਮੌਜੂਦਗੀ ਹੋਵੇ। ਪਰਮੇਸ਼ਵਰ ਨੇ ਉਹਨਾਂ ਚੀਜ਼ਾਂ ਨੂੰ ਜੋ ਅਣਡਿੱਠੀ ਹੈ ਪ੍ਰਗਟ ਕਰਨ ਦੇ ਲਈ ਧਰਤੀ ਤੇ ਸਭ ਕੁਝ ਬਣਾਇਆ। ਸਾਰੇ ਲੋਕੋ, ਬਾਈਬਲ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਇੱਛਾ ਨਾਲ ਲਿਖੀ ਗਈ ਸੀ, ਮਨੁੱਖ ਦੀ ਇੱਛਾ ਨਾਲ ਕਦੀ ਨਹੀਂ ਸੀ। ਫਿਰ ਬਾਈਬਲ ਕਿਸ ਦੀ ਮੌਜੂਦਗੀ ਦੀ ਸਾਖੀ ਦਿੰਦੀ ਹੈ? ਕਿ ਇਹ ਸਾਨੂੰ ਇਸ ਗੱਲ ਦੇ ਲਈ ਜਾਣਕਾਰੀ ਨਹੀਂ ਦਿੰਦੀ ਕਿ ਪਿਤਾ ਪਰਮੇਸ਼ਵਰ, ਮਾਤਾ ਪਰਮੇਸ਼ਵਰ ਅਤੇ ਸਵਰਗ ਦੀਆਂ ਸੰਤਾਨਾਂ ਦੀ ਯਕੀਨਨ ਮੌਜੂਦਗੀ ਹੈ। ਫਿਰ ਪਰਮੇਸ਼ਵਰ ਦੀ ਇੱਛਾ ਕੀ ਹੈ?
ਕਿ ਉਹ ਇਸ ਗੱਲ ਤੇ ਨਿਹਚਾ ਕਰਨਾ ਹੈ ਜਾਂ ਇਸ ਤੋਂ ਇਨਕਾਰ ਕਰਨਾ ਹੈ। ਸਾਨੂੰ ਯਕੀਨਨ ਇਸ ਤੇ ਨਿਹਚਾ ਕਰਨੀ ਚਾਹੀਦੀ ਹੈ। ਆਓ ਅਸੀਂ ਮੱਤੀ ਅਧਿਆਇ 13 ਵਚਨ 10 ਦੇਖੀਏ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਭਾਵੇਂ ਹੀ ਉਹੀ ਸ਼ਬਦ ਦਿੱਤੇ ਗਏ ਹੋਣ, ਪਰ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਉਹ ਆਪਣੇ ਦਿਲ ਵਿੱਚ ਸੰਦੇਸ਼ ਪ੍ਰਾਪਤ ਕਰ ਸਕਦੇ ਹਨ। ਭਾਵੇਂ ਹੀ ਉਹਨਾਂ ਨੂੰ ਹਜ਼ਾਰਾਂ ਸਬੂਤ ਦਿਖਾਏ ਜਾਣ, ਪਰ ਜਿਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਉਹ ਇਸ ਤੇ ਨਿਹਚਾ ਨਹੀਂ ਕਰਨਾ ਚਾਹੁੰਦੇ। ਆਓ ਅਸੀਂ ਵਚਨ 12 ਵਿੱਚ ਦੇਖੀਏ ਕਿ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਕੀ ਕਿਹਾ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਉਹਨਾਂ ਉੱਤੇ ਯਸ਼ਾਇਆ ਦਾ ਇਹ ਅਗਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ ਅਤੇ ਵੇਖਦੇ ਹੋਏ ਵੇਖੋਗੇ ਪਰ ਮੁੱਲੋਂ ਨਾ ਬੁੱਝੋਗੇ। ਕਿਉਂ ਜੋ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ। ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਜਦੋਂ ਅਸੀਂ ਉਤਪਤ ਅਧਿਆਇ 1 ਵਚਨ 26 ਤੇ 27 ਨੂੰ ਪੜ੍ਹਦੇ ਹਾਂ ਤਾਂ ਅਸੀਂ ਇਸ ਨੂੰ ਮਹਿਸੂਸ ਕਰ ਸਕਦੇ ਅਤੇ ਸਮਝ ਸਕਦੇ ਹਾਂ। ਗਲਾਤੀਆਂ ਅਧਿਆਇ 4 ਵਚਨ 26 ਦੇ ਬਾਰੇ ਕਹੀਏ ਤਾਂ ਅਸੀਂ ਇਸ ਨੂੰ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ। ਪਰ ਭਾਵੇਂ ਹੀ ਉਹ ਇਹਨਾਂ ਵਚਨਾਂ ਨੂੰ ਹਜ਼ਾਰਾਂ ਵਾਰ ਪੜ੍ਹਦੇ ਹੋਣ, ਫਿਰ ਵੀ ਉਹ ਇਹ ਨਹੀਂ ਦੇਖ ਸਕਦੇ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। ਇਹ ਕਿੰਨਾ ਤਰਸਯੋਗ ਹੈ। ਤਾਂ ਇਹ ਕਹਿੰਦਾ ਹੈ, ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਅਸਲ ਵਿੱਚ ਅਸੀਂ ਸਾਰੇ ਜੋ ਇਸ ਜਗ੍ਹਾ ਤੇ ਇੱਥੇ ਹਾਂ ਸੱਚਮੁੱਚ ਧੰਨ ਹਾਂ। ਅਸੀਂ ਕਿਸ ਨਾਲ ਮਿਲਨ ਕਰਕੇ ਇੰਨੇ ਧੰਨ ਹੋ ਗਏ। ਅਸੀਂ ਸਾਡੇ ਪਿਤਾ ਅਤੇ ਸਾਡੀ ਮਾਤਾ ਨਾਲ ਮਿਲੇ ਅਤੇ ਜੀਵਨ ਦੇ ਜਲ ਦੇ ਸੋਤੇ ਦੇ ਕੋਲ ਸਾਡੀ ਅਗਵਾਈ ਹੋਈ ਹੈ ਨਾ। ਪਰਮੇਸ਼ਵਰ ਸਾਨੂੰ ਸਵਰਗ ਦੀ ਮਾਤਾ ਨਵੀਂ ਯਰੂਸ਼ਲਮ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਦਿੰਦੇ ਅਤੇ ਨਿਹਚਾ ਕਰਨ ਦਿੰਦੇ ਹਨ, ਜੋ ਜੀਵਨ ਦੇ ਜਲ ਦਾ ਸੋਤਾ ਹੈ। ਪਰਮੇਸ਼ਵਰ ਨੇ ਆਪਣੇ ਸਿੰਘਾਸਨ ਨੂੰ ਛੱਡ ਦਿੱਤਾ ਅਤੇ ਆਪਣੇ ਸ਼ਾਨਦਾਰ ਰਾਜ ਨੂੰ ਪਿੱਛੇ ਛੱਡ ਦਿੱਤਾ। ਆਪਣੀਆਂ ਸੰਤਾਨਾਂ ਨੂੰ ਬਚਾਉਣ ਦੇ ਲਈ ਉਹ ਧਰਤੀ ਤੇ ਆਏ ਅਤੇ ਆਪਣਾ ਕੀਮਤੀ ਲਹੂ ਸਲੀਬ ਤੇ ਵਹਾਇਆ। ਜਦੋਂ ਉਹ ਦੂਸਰੀ ਵਾਰੀ ਆਏ ਤਾਂ ਉਹ 37 ਸਾਲ ਤੱਕ ਖੁਸ਼ਖਬਰੀ ਦੇ ਰਾਹ ਤੇ ਚੱਲੇ। ਇਸ ਸਮੇਂ ਵੀ ਸ਼ੈਤਾਨ ਦੀਆਂ ਰੁਕਾਵਟਾਂ ਤੋਂ ਸਾਡੀ ਰੱਖਿਆ ਕਰਨ ਦੇ ਲਈ ਸਾਡੇ ਪਿਤਾ ਅਤੇ ਮਾਤਾ ਕਾਫੀ ਅਣਡਿੱਠੀ ਕੋਸ਼ਿਸ਼ਾਂ ਦੇ ਨਾਲ ਸਾਡੇ ਲਈ ਬਹੁਤ ਜ਼ਿਆਦਾ ਬਲੀਦਾਨ ਕਰ ਰਹੇ ਹਨ। ਸਵਰਗ ਵਿੱਚ ਸਾਡੀ ਅਗਵਾਈ ਕਰਨ ਵਿੱਚ ਮਹਾਨ ਬਲੀਦਾਨ ਕਰਨ ਦੇ ਲਈ ਆਓ ਅਸੀਂ ਸਾਡੇ ਸਵਰਗ ਦੇ ਪਿਤਾ ਅਤੇ ਸਵਰਗ ਦੀ ਮਾਤਾ ਨੂੰ ਇੱਕ ਵਾਰ ਫਿਰ ਤੋਂ ਧੰਨਵਾਦ, ਵਡਿਆਈ ਅਤੇ ਆਦਰ ਦਈਏ। ਸਾਨੂੰ ਆਪਣੇ ਦਿਲਾਂ ਤੇ ਇਸ ਸਿੱਖਿਆ ਨੂੰ ਡੂੰਘਾਈ ਨਾਲ ਲਿਖ ਲੈਣਾ ਚਾਹੀਦਾ ਹੈ ਕਿ ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਇਸ ਧਰਤੀ ਤੇ ਸਾਡੇ ਸ਼ਾਰੀਰਿਕ ਮਾਤਾ ਪਿਤਾ ਦਾ ਵੀ ਸਾਨੂੰ ਕਦੀ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ। ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਅਸੀਂ ਧਰਤੀ ਤੇ ਸਿੱਖੀਏ ਜੋ ਨਮੂਨਾ ਅਤੇ ਪਰਛਾਵੇਂ ਤੋਂ ਬਣੀ ਦੁਨੀਆ ਹੈ। ਕਿ ਰੋਮੀਆਂ ਅਧਿਆਇ 1 ਵਿੱਚ ਉਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੀ ਸ੍ਰਿਸ਼ਟੀ ਦੇ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਹਨਾਂ ਦੇ ਅਣਡਿੱਠੇ ਗੁਣ ਅਤੇ ਈਸ਼ਵਰਤਾਈ ਨੂੰ ਸਪਸ਼ਟ ਰੂਪ ਨਾਲ ਸਮਝਣ ਦਿੱਤਾ ਹੈ ਨਾ। ਜੇਕਰ ਪਿਤਾ ਅਤੇ ਮਾਤਾ ਧਰਤੀ ਤੇ ਨਹੀਂ ਆਉਂਦੇ ਤਾਂ ਸਾਡਾ ਕੀ ਹੁੰਦਾ? ਅਸੀਂ ਧਰਤੀ ਤੇ ਇੱਕ ਛੋਟਾ ਜੀਵਨ ਜੀਉਂਦੇ ਅਤੇ ਨਰਕ ਵਿੱਚ ਸਦੀਪਕ ਅੱਗ ਵਿੱਚ ਪ੍ਰਵੇਸ਼ ਕਰਦੇ। ਪਰ ਕਿਸ ਨੇ ਸਾਡੇ ਸਦੀਪਕ ਸਵਰਗ ਵਿੱਚ ਵਾਪਸ ਸਾਡੀ ਅਗਵਾਈ ਕਰਦੇ ਹੋਏ ਸਾਡੀਆਂ ਤਰਸਯੋਗ ਆਤਮਾਵਾਂ ਨੂੰ ਪਾਪ ਤੋਂ ਛੁਡਾਇਆ? ਉਹ ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਹਨ। ਇੱਕ ਕਾਰਨ ਹੈ ਕਿ ਸਾਨੂੰ ਉਹਨਾਂ ਦੀ ਆਰਾਧਨਾ ਕਰਨੀ ਅਤੇ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ। ਮੈਨੂੰ ਇੱਕ ਕਹਾਣੀ ਤੁਹਾਨੂੰ ਦੱਸਣ ਦਿਓ। ਮੱਧਯੁਗੀ ਯੁੱਗ ਦੇ ਦੌਰਾਨ ਯੂਰਪ ਵਿੱਚ ਕਾਫੀ ਯੁੱਧ ਹੋਏ। ਇੱਕ ਯੁੱਧ ਵਿੱਚ ਜਦੋਂ ਇੱਕ ਦੇਸ਼ ਤੇ ਉਸਦੇ ਦੁਸ਼ਮਣ ਦੇਸ਼ ਨੇ ਹਮਲਾ ਕੀਤਾ ਤਦ ਇੱਕ ਮਾਤਾ ਅਤੇ ਉਸਦੇ ਪੁੱਤਰ ਨੂੰ ਆਪਣੇ ਘਰ ਨੂੰ ਛੱਡ ਕੇ ਭੱਜਣਾ ਪਿਆ। ਜੋ ਵੀ ਫੜਿਆ ਜਾਂਦਾ ਉਸ ਨੂੰ ਜਾਂ ਤਾਂ ਦਾਸ ਬਣਾ ਲਿਆ ਜਾਂਦਾ ਜਾਂ ਉਸ ਨੂੰ ਮਾਰ ਦਿੱਤਾ ਜਾਂਦਾ ਸੀ। ਇਸ ਲਈ ਇਹ ਇੱਕ ਪਹਾੜ ਦੇ ਅੰਦਰ ਜਾ ਪਹੁੰਚੇ ਅਤੇ ਇੱਕ ਕੰਡੇਦਾਰ ਝਾੜੀ ਵਿੱਚ ਦੁਸ਼ਮਣ ਤੋਂ ਖੁਦ ਨੂੰ ਲੁਕਾਇਆ।
ਹਾਲਾਂਕਿ ਦੁਸ਼ਮਣ ਨੇ ਉਹਨਾਂ ਨੂੰ ਲੱਭ ਲਿਆ, ਕਿਉਂਕਿ ਉਹਨਾਂ ਦੇ ਰਾਜੇ ਨੇ ਸਾਰੇ ਲੋਕਾਂ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ। ਇੱਕ ਕਮਾਂਡਰ ਨੇ ਸੈਨਿਕਾਂ ਨੂੰ ਪੁੱਤਰ ਨੂੰ ਇੱਕ ਤੀਰ ਨਾਲ ਮਾਰ ਕੇ ਮਾਰ ਸੁੱਟਣ ਦਾ ਆਦੇਸ਼ ਦਿੱਤਾ, ਪਰ ਜਦੋਂ ਉਹਨਾਂ ਨੇ ਤੀਰ ਚਲਾਇਆ ਤਾਂ ਉਸ ਦੀ ਮਾਤਾ ਨੇ ਉਸ ਦੀ ਰੱਖਿਆ ਕੀਤੀ ਅਤੇ ਉਸ ਦੇ ਬਦਲੇ ਆਪਣਾ ਲਹੂ ਵਹਾਇਆ। ਜਦੋਂ ਕਮਾਂਡਰ ਨੇ ਮਾਤਾ ਦੇ ਬਲੀਦਾਨ ਨੂੰ ਦੇਖਿਆ ਤਾਂ ਉਸਨੇ ਕਿਹਾ, ਉਸ ਦੀ ਮਾਤਾ ਨੇ ਆਪਣੇ ਪੁੱਤਰ ਦੇ ਲਈ ਲਹੂ ਵਹਾਇਆ, ਇਸ ਲਈ ਸਾਨੂੰ ਹੁਣ ਉਸ ਦੇ ਜੀਵਨ ਵਿੱਚ ਹੋਰ ਜ਼ਿਆਦਾ ਸ਼ਾਮਿਲ ਨਹੀਂ ਹੋਣਾ ਚਾਹੀਦਾ, ਅਤੇ ਉਸਨੇ ਉਸ ਦੇ ਪੁੱਤਰ ਨੂੰ ਛੱਡ ਦਿੱਤਾ। ਅੱਜ ਤੂੰ ਆਪਣੇ ਪਿਤਾ ਔਰ ਮਾਤਾ ਦਾ ਆਦਰ ਕਰ। ਇਸ ਵਿਸ਼ੇ ਦੇ ਦੁਆਰਾ ਸਾਨੂੰ ਸਿਓਨ ਦੀਆਂ ਸੰਤਾਨਾਂ ਨੂੰ ਇੱਕ ਵਾਰ ਫਿਰ ਤੋਂ ਪਰਮੇਸ਼ਵਰ ਦੀ ਪਵਿੱਤਰ ਇੱਛਾ ਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ, ਜੋ ਸਾਡੇ ਪਾਪਾਂ ਦੇ ਲਈ ਬਲੀਦਾਨ ਹੋ ਗਏ ਸੀ। ਸਾਨੂੰ ਪਿਤਾ ਅਤੇ ਮਾਤਾ ਜੀ ਦੇ ਬਲੀਦਾਨ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਸਾਡੀ ਮੁਕਤੀ ਦੇ ਲਈ ਆਪਣਾ ਲਹੂ ਵਹਾਇਆ, ਅਤੇ ਸਵਰਗ ਵਿੱਚ ਉਹਨਾਂ ਨੂੰ ਸਦੀਪਕ ਧੰਨਵਾਦ, ਆਦਰ ਅਤੇ ਵਡਿਆਈ ਦੇਣੀ ਚਾਹੀਦੀ ਹੈ। ਤਾਂ ਕਿ ਪਿਤਾ ਨੇ ਸਵਰਗੀ ਮਾਤਾ ਜੀ ਨੂੰ ਸਾਡੇ ਸਾਹਮਣੇ ਪ੍ਰਗਟ ਕਰਨ ਅਤੇ ਉਹਨਾਂ ਦੀ ਘੋਸ਼ਣਾ ਕਰਨ ਦੇ ਲਈ ਇੱਕ ਦਿਨ ਨਿਯੁਕਤ ਨਹੀਂ ਕੀਤਾ। ਸਵਰਗੀ ਮਾਤਾ ਪਿਤਾ ਦਿਵਸ ਦੇ ਦੁਆਰਾ ਆਓ ਅਸੀਂ ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਹੋਰ ਜ਼ਿਆਦਾ ਧੰਨਵਾਦ, ਆਦਰ ਅਤੇ ਵਡਿਆਈ ਪ੍ਰਦਾਨ ਕਰੀਏ। ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਇੱਕ ਵੀ ਆਤਮਾ ਸਾਡੇ ਪਿਤਾ ਅਤੇ ਮਾਤਾ ਜੀ ਦੀਆਂ ਬਾਹਾਂ ਤੋਂ ਦੂਰ ਨਹੀਂ ਜਾਵੇਗੀ, ਪਰ ਅੰਤ ਤੱਕ ਜਿੱਥੇ ਵੀ ਉਹ ਜਾਂਦੇ ਹਨ ਉਹਨਾਂ ਦਾ ਪਾਲਨ ਕਰੇਗੀ, ਤਾਂ ਜੋ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ।